ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚੇ ਕਿਸਾਨ। ਭਾਰਤੀ ਕਿਸਾਨ ਯੂਨੀਅਨ ਭਾਨੂ ਗਰੁੱਪ ਨੇ ਕੋਰਟ 'ਚ ਪਟੀਸ਼ਨ ਕੀਤੀ ਦਾਖਲ। ਕਿਸਾਨਾਂ ਦੇ ਕਾਰਪੋਰੇਟ ਘਰਾਣਿਆਂ ਦਾ ਸ਼ਿਕਾਰ ਬਣਨ ਦਾ ਜਤਾਇਆ ਖਦਸ਼ਾ। ਕਿਸਾਨੀ ਅੰਦੋਲਨ ਦਾ ਮੁਕਾਬਲਾ ਕਰਨ ਲਈ ਭਾਜਪਾ ਨੇ ਬਣਾਈ ਨਵੀਂ ਰਣਨੀਤੀ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ 700 ਪ੍ਰੈਸ ਕਾਨਫਰੰਸ ਤੇ ਚੌਪਾਲਾਂ ਦਾ ਆਯੋਜਨ ਕਰੇਗੀ ਭਾਜਪਾ। ਲੋਕਾਂ ਨੂੰ ਦੱਸੇ ਜਾਣਗੇ ਖੇਤੀ ਕਾਨੂੰਨਾਂ ਦੇ ਫਾਇਦੇ। ਵੈਟਰਨ ਐਕਟਰ ਧਰਮਿੰਦਰ ਨੇ ਕਿਸਾਨਾਂ ਦੇ ਹੱਕ 'ਚ ਮਾਰਿਆ ਹਾਂ ਦਾ ਨਾਰਾ। ਧਰਮਿੰਦਰ ਨੇ ਕਿਹਾ, ਕਿਸਾਨਾਂ ਦੇ ਦੁੱਖ ਤੋਂ ਦੁਖੀ ਹਾਂ, ਸਰਕਾਰ ਛੇਤੀ ਮਾਮਲੇ ਦਾ ਹੱਲ ਕੱਢੇ। ਸੰਨੀ ਦਿਓਲ ਦੀ ਕਿਸਾਨੀ ਮਸਲੇ ਤੇ ਚੁੱਪੀ ਜਾਰੀ। ਖੇਤੀ ਅੰਦੋਲਨ ਕਾਰਨ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਵਜ਼ਾਰਤ 'ਚ ਵਾਪਸੀ ਟਲੀ। ਹਰੀਸ਼ ਰਾਵਤ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ 'ਚ ਇਸ ਬਾਰੇ ਹੋਈ ਚਰਚਾ। ਕਿਸਾਨ ਅੰਦੋਲਨ ਦੇ ਸਿਰੇ ਚੜ੍ਹਨ ਤੋਂ ਬਾਅਦ ਇਸ ਸੰਬੰਧੀ ਚੁੱਕੇ ਜਾਣਗੇ ਕਦਮ। ਅਤੇ 700 ਟਰਾਲੀਆਂ ਨਾਲ 50,000 ਤੋਂ ਵੱਧ ਕਿਸਾਨ ਦਿੱਲੀ ਵੱਲ ਹੋਏ ਰਵਾਨਾ। ਤੁਰਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਅਰਦਾਸ। ਸੰਘਰਸ਼ ਜਿੱਤਣ ਤੋਂ ਬਾਅਦ ਹੀ ਵਾਪਸ ਮੁੜਨ ਦਾ ਲਿਆ ਅਹਿਦ। ਤੇ ਹੁਣ ਖਬਰਾਂ ਦਾ ਵਿਸਥਾਰ। ਦਿੱਲੀ 'ਚ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਹੁਣ ਸੁਪਰੀਮ ਕੋਰਟ 'ਚ ਪਹੁੰਚ ਗਏ ਨੇ। ਭਾਰਤੀ ਕਿਸਾਨ ਯੂਨੀਅਨ ਭਾਨੂ ਗਰੁੱਪ ਵੱਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਨਵੇਂ ਕਾਨੂੰਨ ਉਹਨਾਂ ਨੂੰ ਕਾਰਪੋਰੇਟ ਦਾ ਸ਼ਿਕਾਰ ਬਣਾ ਦੇਣਗੇ। ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਤੇ ਸੋਧ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਕਿਸਾਨਾਂ ਨੇ ਇੱਕ ਪਾਸੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ ਤੇ ਦੂਜੇ ਪਾਸੇ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ। ਕਿਸਾਨਾਂ ਨੇ ਇੱਕ ਕਦਮ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਚੁੱਕਿਆ ਹੈ, ਜਿਸ ਵਿੱਚ ਮੋਦੀ ਸਰਕਾਰ ਨੇ ਕਿਹਾ ਸੀ ਕਿ ਉਹ ਕਾਨੂੰਨ ਦੇ ਪ੍ਰਬੰਧਾਂ 'ਚ ਸੋਧ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਸਰਕਾਰ ਨੇ ਐਮਐਸਪੀ ਨੂੰ ਲਿਖਤੀ ਤੌਰ ਤੇ ਭਰੋਸਾ ਦੇਣ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ ਕੰਟਰੈਕਟ ਖੇਤੀ 'ਚ ਸਮਝੌਤਾ ਸਿਰਫ ਫਸਲ ਲਈ ਹੋਵੇਗਾ, ਇਸ ਲਈ ਕੋਈ ਵੀ ਜ਼ਮੀਨ ਤੇ ਕਬਜ਼ਾ ਨਹੀਂ ਕਰ ਸਕਦਾ। ਇਸ ਸੰਬੰਧੀ ਵੀ ਭਰੋਸਾ ਦਿੱਤਾ ਗਿਆ ਹੈ। ਹਾਲਾਂਕਿ ਕਿਸਾਨ ਕਾਨੂੰਨ ਵਾਪਸ ਲੈਣ ਤੇ ਅੜੇ ਹੋਏ ਨੇ। ਭਾਜਪਾ ਅੱਜ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ 700 ਪ੍ਰੈਸ ਕਾਨਫਰੰਸਾਂ ਅਤੇ ਚੌਪਾਲਾਂ ਦਾ ਆਯੋਜਨ ਕਰੇਗੀ। ਇਸ ਜ਼ਰੀਏ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦੇ ਫਾਇਦੇ ਦੱਸੇ ਜਾਣਗੇ। ਇਸ ਬਾਰੇ ਕਿਸਾਨਾਂ ਨੂੰ ਵੀ ਦੱਸਿਆ ਜਾਵੇਗਾ। ਪਿਛਲੇ ਦਿਨੀ ਖੇਤੀਬਾੜੀ ਕਾਨੂੰਨ ਬਾਰੇ ਇੱਕ ਕਿਤਾਬਚਾ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਸੀ। ਇਸ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਦੇ ਲਾਭ ਦੱਸੇ ਗਏ ਨੇ। ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਇੱਕ ਵਾਰ ਫੇਰ ਖੇਤੀਬਾੜੀ ਕਾਨੂੰਨ ਦੇ ਫਾਇਦਿਆਂ ਬਾਰੇ ਦੱਸਿਆ ਤੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ। ਅਜਿਹੀ ਸਥਿਤੀ 'ਚ ਭਾਜਪਾ ਨੇ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਨੂੰ ਪਾਰਟੀ ਪੱਧਰ ਤੇ ਲੋਕਾਂ ਸਾਹਮਣੇ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਕਿਸਾਨ ਵੀ 12 ਤਰੀਕ ਤੋਂ ਆਪਣਾ ਅੰਦੋਲਨ ਤੇਜ਼ ਕਰ ਰਹੇ ਨੇ। ਇਸ ਤਹਿਤ ਪੂਰੇ ਦੇਸ਼ 'ਚ ਟੋਲ ਪਲਾਜ਼ੇ ਘੇਰੇ ਜਾਣਗੇ। 14 ਦਸੰਬਰ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਤੇ ਮੁੜ ਧਰਨੇ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। अब ये सब प्रस्ताव उनके पास हैं और उन लोगों ने जो विचार किया तो उस पर कोई टिप्पणी हम लोगों के पास तो नहीं आई। मीडिया के माध्यम से ध्यान में आता है कि उन्होंने प्रस्ताव को खारिज कर दिया। तो मैंने भी कल प्रेस करके फिर कहा था कि भाई कुल मिला के इन प्रस्ताव पर यूनियंस को कुछ कहना है तो निश्चित रूप से बातचीत कर सकते हैं। इसमें कुछ रह गया हो तो उन पर भी बातचीत कर सकते हैं। तो अभी बातचीत की कोई प्रस्ताव उनकी तरफ से आया नहीं, लेकिन जैसे ही प्रस्ताव आएगा तो हम लोग उस पर बातचीत करने को तैयार हैं। ये मुझे लगता है रास्ता निकलेगा, मैं आशावान हूँ। और मैं आपके माध्यम से किसान यूनियंस के लोगों को कहना चाहता हूँ, गतिरोध उन्हें तोड़ना चाहिए। सरकार ने आगे बढ़कर प्रस्ताव दिया है। सरकार ने उनकी जो मांगे हैं उनको समाधान करने के लिए प्रस्ताव उनके पास भेजा है। और कोई भी कानून में जो प्रावधान पर आपत्ति होती है तो प्रावधान पर ही चर्चा होती है, और जो आपत्ति उनके ध्यान में आई उन आपत्तियों को निराकरण करने की हमने कोशिश प्रस्ताव में की है। और इसलिए उन्हें आंदोलन समाप्त करके और वार्ता का रास्ता अपनाना चाहिए। अगर कोई बात और भी करने की जरूरत है तो सरकार बात करेगी। ਵੈਟਰਨ ਐਕਟਰ ਧਰਮਿੰਦਰ ਨੇ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਹੈ। ਅੱਜ ਧਰਮਿੰਦਰ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਦੁਖੀ ਦੇਖ ਕੇ ਬਹੁਤ ਦੁਖੀ ਨੇ ਅਤੇ ਸਰਕਾਰ ਨੂੰ ਇਸ ਮਾਮਲੇ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ। ਧਰਮਿੰਦਰ ਨੇ ਟਵਿੱਟਰ ਜ਼ਰੀਏ ਆਪਣੀਆਂ ਭਾਵਨਾਵਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਦੇ ਪੁੱਤਰ ਸਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਨੇ
ਅਤੇ ਖੇਤੀ ਕਾਨੂੰਨਾਂ ਤੇ ਖੁੱਲ੍ਹ ਕੇ ਆਪਣੀ ਸਰਕਾਰ ਦੀ ਹਮਾਇਤ ਕਰ ਰਹੇ ਨੇ। ਇਸ ਤੋਂ ਇਲਾਵਾ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਵੀ ਭਾਜਪਾ ਦੀ ਸੰਸਦ ਮੈਂਬਰ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਅਦਾਕਾਰ ਧਰਮਿੰਦਰ ਨੇ ਵੀ ਚੁੱਪੀ ਤੋੜ ਦਿੱਤੀ ਹੈ। ਧਰਮਿੰਦਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਕਿਸਾਨ ਭਰਾਵਾਂ ਦੇ ਦੁੱਖ ਨੂੰ ਵੇਖ ਕੇ ਬਹੁਤ ਦੁਖੀ ਨੇ। ਉਹਨਾਂ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਤੇਜ਼ੀ ਨਾਲ ਕੁਝ ਕਰਨ ਲਈ ਕਿਹਾ। 84 ਸਾਲਾ ਅਭਿਨੇਤਾ ਨੇ ਮਾਈਕਰੋ ਬਲੌਗਿੰਗ ਵੈਬਸਾਈਟ ਟਵਿੱਟਰ ਤੇ ਇਸ ਬਾਰੇ ਆਪਣੇ ਦਿਲ ਦੀ ਗੱਲ ਕਹੀ ਤੇ ਤਸਵੀਰ ਸ਼ੇਅਰ ਕੀਤੀ। ਦੱਸ ਦਈਏ ਕਿ ਧਰਮਿੰਦਰ ਦਾ ਪੁੱਤ ਸਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦਾ ਵਿਧਾਇਕ ਹੈ, ਪਰ ਉਹ ਕਿਸਾਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਨਹੀਂ ਆਇਆ। ਉਹ ਦੁਚਿੱਤੀ ਵਿੱਚ ਕਹਿ ਰਿਹਾ ਹੈ ਕਿ ਪਾਰਟੀ ਤੇ ਕਿਸਾਨਾਂ ਦੇ ਨਾਲ ਹੈ। ਸਨੀ ਦੇ ਇਸ ਰਵੱਈਏ ਤੋਂ ਪੰਜਾਬ ਖਾਸ ਕਰਕੇ ਗੁਰਦਾਸਪੁਰ ਦੇ ਕਿਸਾਨ ਠੱਗਿਆ ਮਹਿਸੂਸ ਕਰ ਰਹੇ ਨੇ। ਇਸ ਤੋਂ ਇਲਾਵਾ ਧਰਮਿੰਦਰ ਦੀ ਪਤਨੀ ਤੇ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਵੀ ਭਾਜਪਾ ਦੀ ਸੰਸਦ ਮੈਂਬਰ ਹੈ ਤੇ ਉਹ ਵੀ ਹਾਲੇ ਤੱਕ ਕਿਸਾਨਾਂ ਦੇ ਹੱਕ ਵਿੱਚ ਨਹੀਂ ਨਿਤਰੀ। ਧਰਮਿੰਦਰ ਨੇ ਕਾਫੀ ਦਿਨਾਂ ਬਾਅਦ ਇਸ ਅੰਦੋਲਨ ਉੱਤੇ ਆਪਣੀ ਚੁੱਪੀ ਤੋੜੀ ਹੈ। ਇਸ ਤੋਂ ਪਹਿਲਾਂ ਜਦੋਂ ਉਹ ਖਾਮੋਸ਼ ਸਨ ਤਾਂ ਲੋਕ ਉਹਨਾਂ ਦੇ ਪੰਜਾਬ ਨਾਲ ਰਿਸ਼ਤੇ ਨੂੰ ਵੇਖਦਿਆਂ ਕਿਸਾਨਾਂ ਦੀ ਹਮਾਇਤ ਵਿੱਚ ਨਿਤਰਨ ਦੀ ਮੰਗ ਕਰ ਰਹੇ ਸਨ। ਹੁਣ ਆਖਿਰਕਾਰ ਧਰਮਿੰਦਰ ਨੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੱਤਾ ਹੈ, ਪਰ ਸਨੀ ਦਿਓਲ ਦੀ ਮੋਦੀ ਨਾਲ ਯਾਰੀ ਹਜੇ ਵੀ ਪੰਜਾਬੀਆਂ ਨੂੰ ਚੁਭ ਰਹੀ ਹੈ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਕਿਸਾਨ ਅੰਦੋਲਨ ਦੀ ਹਮਾਇਤ 'ਚ ਜ਼ੋਰ-ਸ਼ੋਰ ਨਾਲ ਆਵਾਜ਼ ਚੁੱਕ ਰਹੇ ਨੇ, ਪਰ ਇਸ ਅੰਦੋਲਨ ਕਾਰਨ ਸਿੱਧੂ ਨੂੰ ਇੱਕ ਨੁਕਸਾਨ ਹੋ ਗਿਆ ਹੈ। ਨਵਜੋਤ ਸਿੱਧੂ ਦੀ ਪੰਜਾਬ ਵਜ਼ਾਰਤ 'ਚ ਵਾਪਸੀ ਟਾਲ ਦਿੱਤੀ ਗਈ ਹੈ। ਇਸ ਪਿੱਛੇ ਕਿਸਾਨ ਅੰਦੋਲਨ ਵਜ੍ਹਾ ਦੱਸਿਆ ਜਾ ਰਿਹਾ ਹੈ। ਦਰਅਸਲ ਲੰਘੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਿਚਾਲੇ ਮੀਟਿੰਗ ਹੋਈ। ਇਸ ਮੀਟਿੰਗ 'ਚ ਹੋਰਨਾਂ ਮਾਮਲਿਆਂ ਦੇ ਨਾਲ ਸਿੱਧੂ ਦੀ ਵਾਪਸੀ ਬਾਰੇ ਵੀ ਮਾਮਲਾ ਵਿਚਾਰਿਆ ਗਿਆ। ਸੂਤਰਾਂ ਮੁਤਾਬਕ ਕਿਸਾਨ ਅੰਦੋਲਨ ਦੇ ਸਿਰੇ ਲੱਗਣ ਤੱਕ ਸਿੱਧੂ ਦੀ ਵਜ਼ਾਰਤ 'ਚ ਵਾਪਸੀ ਟਾਲ ਦਿੱਤੀ ਗਈ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕੈਬਨਿਟ 'ਚ ਵਾਪਸੀ ਦਾ ਮਾਮਲਾ ਫਿਲਹਾਲ ਟਲ ਗਿਆ ਹੈ। ਇਸ ਦੇ ਪਿੱਛੇ ਕਿਸਾਨ ਅੰਦੋਲਨ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ। ਦਰਅਸਲ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਘੇ ਕੱਲ ਮੁਲਾਕਾਤ ਕੀਤੀ ਸੀ। ਉਹ 9 ਦਸੰਬਰ ਸ਼ਾਮ ਨੂੰ ਚੰਡੀਗੜ੍ਹ ਪਹੁੰਚ ਗਏ ਸਨ। ਸੂਤਰ ਦੱਸਦੇ ਨੇ ਕਿ ਇਸ ਮੁਲਾਕਾਤ ਮੌਕੇ ਉਹਨਾਂ ਨੇ ਮੁੱਖ ਮੰਤਰੀ ਨਾਲ ਪੰਜਾਬ ਕਾਂਗਰਸ ਦੇ ਢਾਂਚੇ ਦੇ ਪੁਨਰਗਠਨ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ ਮੰਤਰੀ ਮੰਡਲ 'ਚ ਵਾਪਸੀ ਤੇ ਉਹਨਾਂ ਨੂੰ ਦਿੱਤੇ ਜਾਣ ਵਾਲੇ ਵਿਭਾਗ ਦੇ ਮਾਮਲੇ ਤੇ ਵਿਚਾਰ ਚਰਚਾ ਕੀਤੀ, ਜਿਸ 'ਚ ਇਹੋ ਹੀ ਸਹਿਮਤੀ ਬਣੀ ਕਿ ਕਿਸਾਨ ਅੰਦੋਲਨ ਸਿਰੇ ਲੱਗਣ ਤੱਕ ਇਹ ਮਾਮਲਾ ਪੈਂਡਿੰਗ ਰੱਖਿਆ ਜਾਵੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਹਰੀਸ਼ ਰਾਵਤ ਨੇ ਸਹਿਮਤੀ ਬਣਾਈ ਕਿ ਮੌਜੂਦਾ ਵਕਤ ਢੁਕਵਾਂ ਨਹੀਂ, ਜਿਸ ਦੇ ਚੱਲਦਿਆਂ ਵਿਰੋਧੀ ਧਿਰਾਂ ਗਲਤ ਮਤਲਬ ਕੱਢ ਸਕਦੀਆਂ ਨੇ। ਸੂਤਰ ਦੱਸਦੇ ਨੇ ਕਿ ਕਿਸਾਨ ਅੰਦੋਲਨ ਦੇ ਤਣ ਪੱਤਣ ਲੱਗਣ ਤੱਕ ਨਵਜੋਤ ਸਿੱਧੂ ਦੀ ਵਜ਼ਾਰਤ 'ਚ ਵਾਪਸੀ ਲਟਕ ਗਈ ਏ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੀ ਪੁਸ਼ਟੀ ਕੀਤੀ, ਪਰੰਤੂ ਉਹਨਾਂ ਮੀਟਿੰਗ ਦੇ ਵੇਰਵੇ ਦੇਣ ਤੋਂ ਪਾਸਾ ਵੱਟ ਲਿਆ। ਸੂਤਰ ਦੱਸਦੇ ਨੇ ਕਿ ਦੋਵੇਂ ਆਗੂਆਂ ਵਿਚਾਲੇ ਆਗਾਮੀ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਢਾਂਚੇ ਨੂੰ ਮਜ਼ਬੂਤ ਕਰਨ ਦਾ ਮਾਮਲਾ ਵੀ ਵਿਚਾਰਿਆ ਗਿਆ ਹੈ, ਪਰ ਨਵਜੋਤ ਸਿੱਧੂ ਦੀ ਵਜ਼ਾਰਤ 'ਚ ਵਾਪਸੀ ਫਿਲਹਾਲ ਟਾਲ ਦਿੱਤੀ ਗਈ ਹੈ। ਬਿਊਰੋ ਰਿਪੋਰਟ ਟੀਵੀ ਪੰਜਾਬ। ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਕਾਫਲਾ ਅੱਜ ਤੜਕੇ ਅੰਮ੍ਰਿਤਸਰ ਤੋਂ ਰਵਾਨਾ ਹੋਇਆ। ਕਿਸਾਨਾਂ ਨੇ ਦਿੱਲੀ ਵੱਲ ਰਵਾਨਾ ਹੋਣ ਤੋਂ ਪਹਿਲਾਂ ਸਵੇਰੇ ਹਰਮੰਦਰ ਸਾਹਿਬ ਮੱਥਾ ਟੇਕਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਰਵਾਨਗੀ ਸੰਬੰਧੀ ਅਰਦਾਸ ਕੀਤੀ। ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਾਫਲੇ 'ਚ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਜਥੇ ਸ਼ਾਮਲ ਹੋ ਰਹੇ ਨੇ। ਉਹਨਾਂ ਦਾਅਵਾ ਕੀਤਾ ਕਿ 50,000 ਤੋਂ ਵੱਧ ਕਿਸਾਨਾਂ ਦਾ ਇੱਕ ਕਾਫਲਾ ਦਿੱਲੀ ਪੁੱਜੇਗਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ 16ਵੇਂ ਦਿਨ ਵੀ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਕੜਾਕੇ ਦੀ ਠੰਡ ਵਿੱਚ ਦਿੱਲੀ ਦੀਆਂ ਸਰਹੱਦਾਂ ਉੱਤੇ ਕੇਂਦਰ ਸਰਕਾਰ ਖਿਲਾਫ ਡਟੇ ਹੋਏ ਨੇ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 700 ਤੋਂ ਵੀ ਵੱਧ ਟਰੈਕਟਰ ਟਰਾਲੀਆਂ ਦਾ ਜੱਥਾ ਅੱਜ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਇਆ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਅਰਦਾਸ ਕੀਤੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਇਸ ਜਥੇ ਦੀ ਅਗਵਾਈ ਕਰ ਰਹੇ ਨੇ। ਸਰਵਨ ਸਿੰਘ ਪੰਧੇਰ ਮੁਤਾਬਕ ਬਿਆਸ, ਤਰਨਤਾਰਨ, ਜਲੰਧਰ ਅਤੇ ਲੁਧਿਆਣਾ ਤੋਂ ਕਿਸਾਨ ਜਥੇ 'ਚ ਸ਼ਾਮਿਲ ਹੋਣਗੇ। ਰਾਤ ਦੇ ਸਮੇਂ ਇਹ ਕਾਫਲਾ ਹਰਿਆਣਾ ਦੇ ਸ਼ਾਹਬਾਦ ਵਿਖੇ ਰੁਕੇਗਾ ਅਤੇ ਸਵੇਰੇ ਕਰੀਬ 50,000 ਕਿਸਾਨਾਂ ਨਾਲ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਵੇਗਾ। ਪਹਿਲਾ ਜਥਾ ਅਸੀਂ 27 ਤਰੀਕ ਨੂੰ ਦਿੱਲੀ ਕੁੰਡਲੀ ਬਾਰਡਰ 'ਚ ਰਵਾਨਾ ਕਰਤਾ ਸੀ। ਦੂਸਰਾ ਜਥਾ ਸਾਡਾ ਅੱਜ ਰਵਾਨਾ ਹੋ ਰਿਹਾ, ਤਾਂ ਉਹਦੇ ਵਾਸਤੇ ਓਟ ਆਸਰਾ ਲਿਆਗਾ ਸੱਚੇ ਪਾਤਸ਼ਾਹ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ। ਕਿਸਾਨ ਮਜ਼ਦੂਰ ਲਹਿਰ ਦਾ ਜਿਹੜਾ ਝੰਡਾ ਲੈ ਕੇ ਜਾ ਰਹੇ ਆ, ਉਹ ਮੰਗਾਂ ਮੰਨਣ ਤੋਂ ਬਾਅਦ ਫਤਿਹ ਰੂਪ ਵਿੱਚ ਉੱਥੇ ਲਹਿਰਾਇਆ ਜਾ ਸਕੇ। ਤੋ ਇਹ ਤੋਂ ਗਾਹਾਂ ਅਸੀਂ ਜਿਹੜਾ ਵਾ ਆਪਣਾ ਗੋਲਡਨ ਗੇਟ ਤੋਂ ਟਰੈਕਟਰ ਟਰਾਲੀਆਂ ਦਾ ਵੱਡਾ ਜਥਾ ਰਵਾਨਾ ਕਰਾਂਗੇ। ਤਰਨ ਤਾਰਨ ਤੇ ਹੋਰ ਇਲਾਕੇ ਦਾ ਜਥਾ ਸਾਨੂੰ ਬਿਆਸ ਪੁਲ ਤੇ ਮਿਲੂਗਾ। ਉੱਥੇ ਸੈਂਕੜੇ ਟਰੈਕਟਰ ਟਰਾਲੀਆਂ, ਮੇਰੇ ਖਿਆਲ 250 ਦੇ ਕਰੀਬ ਸਾਡੇ ਵਹੀਕਲ ਹੋਣਗੇ ਜਿਹੜੇ ਉਧਰ ਨੂੰ ਤੁਰਨਗੇ। ਅੱਗੇ ਜਾ ਕੇ ਜਿਹੜਾ ਵਾ ਦੁਰਾਹੇ ਦੇ ਨੇੜੇ ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਉਹਨਾਂ ਦਾ ਜਥਾ ਸਾਨੂੰ ਮਿਲੂਗਾ। ਤੇ ਇਹ ਹਜ਼ਾਰਾਂ ਵਹੀਕਲਾਂ ਦਾ ਜਿਹੜਾ ਜਥਾ ਵਾ ਉਹ ਦਿੱਲੀ ਵੱਲ ਨੂੰ ਕੂਚ ਕਰੂਗਾ। ਤਕਰੀਬਨ 50,000 ਦੇ ਨੇੜੇ ਤੇੜੇ ਕਿਸਾਨ ਮਜ਼ਦੂਰ ਜਿਹੜੇ ਆ ਜਾਣਗੇ। ਅੱਜ ਹੀ ਅਸੀਂ ਜਿਹੜਾ ਵਾ ਸ਼ੰਭੂ ਬਾਰਡਰ ਪੰਜਾਬ ਦਾ ਕ੍ਰਾਸ ਕਰਾਂਗੇ ਤੇ ਇਹ ਤੋਂ ਗਾਹਾਂ ਰਾਤ ਅੰਬਾਲੇ ਤੋਂ ਅੱਗੇ ਪਿਪਲੀ ਦੇ ਨੇੜੇ ਜਿਹੜਾ ਸ਼ਾਹਮਾਰ ਕੰਡਾ ਜਿਹੜਾ ਜਗ੍ਹਾ ਵਾ ਉੱਥੇ ਰਾਤ ਸਟੇ ਕਰਾਂਗੇ। ਸ਼ਾਹਬਾਜ਼ ਮਾਰਕੰਡਾ ਏਰੀਆ ਉੱਥੇ ਸਟੇ ਕਰਾਂਗੇ। ਉਦੋਂ ਬਾਅਦ ਅਗਲੇ ਦਿਨ ਦਿੱਲੀ ਕੂਚ ਕਰਾਂਗੇ। ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਦੀ ਥਾਂ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ, ਪਰ ਹੁਣ ਕਿਸਾਨ ਵੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਜਿੱਦ ਤੇ ਅੜ ਗਏ ਨੇ। ਪੰਧੇਰ ਮੁਤਾਬਕ ਜਿੰਨੀ ਦੇਰ ਤੱਕ ਸਰਕਾਰ ਵਿਵਾਦਤ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਇਹ ਸੰਘਰਸ਼ ਦਿਨ ਪ੍ਰਤੀ ਦਿਨ ਹੋਰ ਤਿੱਖਾ ਹੁੰਦਾ ਜਾਵੇਗਾ। ਹੁਣ ਫੈਸਲਾ ਕਰਨਾ ਉਹਨਾਂ ਦਾ ਵੱਸ 'ਚ ਆ। ਉਹ ਇਕੱਲੇ ਗੱਲਬਾਤ ਲਈ ਹੀ ਗੱਲ ਕਰਦੇ ਆ, ਸਿੱਟਾ ਨਾ ਕੱਢਣ ਵਾਲੀ ਗੱਲ ਕਰਦੇ ਆ। ਉਹਨਾਂ ਨੂੰ ਚਾਹੀਦਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਬਜਾਏ ਜਿੰਨੇ ਹੀ ਉਹਨਾਂ ਦੀ ਦਿਮਾਗ ਦੀ ਐਨਰਜੀ ਜਿਹੜੀ ਆ ਉਹ ਸਾਨੂੰ ਬਦਨਾਮ ਕਰਤੇ ਲੱਗ ਰਹੀ ਆ, ਓਨੀ ਜੇ ਐਨਰਜੀ ਉਹ ਸਿੱਟਾ ਕੱਢਣ ਲਈ ਲਾਉਣ ਤੇ ਇਹ ਭਾਰਤ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨਾਂ ਆਵਾਜ਼ ਦਾ ਸਨਮਾਨ ਹੋਊਗਾ। ਇਹ ਕੇਂਦਰ ਸਰਕਾਰ ਦੀ ਨੀਤੀ ਤੈਅ ਹੋ ਰਿਹਾ। ਅਸੀਂ ਹਰਾਸਮੈਂਟ ਕਰੀਏ, ਲੋਕਾਂ ਦੀ ਜਿਹੜੀ ਆ ਉਕਸੁਕਤਾ ਵਧਾਈਏ, ਲੋਕ ਥੱਕ ਜਾਣ, ਅੱਕ ਜਾਣ, ਪਰ ਐ ਨਹੀਂ ਹੋਣਾ। ਇਹ ਅੰਦੋਲਨ ਖੇਤੀ ਦੇ 3 ਕਾਨੂੰਨ ਰੱਦ ਕਰਾਉਣ ਤੱਕ ਤੇ ਜਿੰਨਾ ਚਿਰ ਸਾਰੀਆਂ ਫਸਲਾਂ ਦੀ ਖਰੀਦ ਦੀ ਸਰਕਾਰੀ ਗਰੰਟੀ ਵਾਲਾ ਕਾਨੂੰਨ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਭਾਅ ਵਾਲੀ ਗੱਲ ਨਹੀਂ ਹੁੰਦੀ, ਉਹਨਾਂ ਚਿਰ ਇੱਕ ਲਗਾਤਾਰ ਜਾਰੀ ਰਹੂਗਾ। ਦੱਸ ਦਈਏ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਤੋਂ ਬਾਅਦ ਕਿਸਾਨ ਆਗੂਆਂ ਨੇ ਪੂਰੇ ਦੇਸ਼ ਵਿੱਚ ਅੰਦੋਲਨ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਤਹਿਤ 12 ਦਸੰਬਰ ਤੋਂ ਪੂਰੇ ਦੇਸ਼ ਵਿੱਚ ਟੋਲ ਪਲਾਜ਼ੇ ਘੇਰੇ ਜਾਣਗੇ। 14 ਦਸੰਬਰ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਉੱਤੇ ਮੁੜ ਧਰਨੇ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ 'ਚ ਚੱਲ ਰਿਹਾ ਕਿਸਾਨ ਅੰਦੋਲਨ ਦਾ ਘੇਰਾ ਦਿਨ ਪ੍ਰਤੀ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਦੇਸ਼ ਦੇ ਅਲੱਗ-ਅਲੱਗ ਕੋਨਿਆਂ 'ਚੋਂ ਲੋਕ ਕਿਸਾਨਾਂ ਦੀ ਹਮਾਇਤ 'ਚ ਦਿੱਲੀ ਵੱਲ ਕੂਚ ਕਰ ਰਹੇ ਨੇ। ਅੱਜ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਵੀ ਸੈਂਕੜੇ ਲੋਕ ਦਿੱਲੀ ਲਈ ਰਵਾਨਾ ਹੋਏ, ਜਿਨ੍ਹਾਂ ਦਾ ਕਹਿਣਾ ਸੀ ਕਿ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਉਹ ਆਪਣੇ ਘਰਾਂ ਨੂੰ ਵਾਪਸ ਪਰਤਣਗੇ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ। ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦਾ ਹਿੱਸਾ ਬਣਨ ਲਈ ਪੰਜਾਬ ਤੋਂ ਰੋਜ਼ਾਨਾ ਕਿਸਾਨਾਂ ਦੇ ਜਥੇ ਰਵਾਨਾ ਹੋ ਰਹੇ ਨੇ। ਕਿਸਾਨਾਂ ਨੂੰ ਸਮਾਜ ਦੇ ਹਰ ਵਰਗ ਦਾ ਸਮਰਥਨ ਵੀ ਮਿਲ ਰਿਹਾ ਹੈ। ਅੱਜ ਮਾਨਸਾ ਰੇਲਵੇ ਸਟੇਸ਼ਨ ਤੋਂ ਵੀ ਕਿਸਾਨਾਂ ਦਾ ਇੱਕ ਜਥਾ ਟ੍ਰੇਨ ਰਾਹੀਂ ਦਿੱਲੀ ਵੱਲ ਰਵਾਨਾ ਹੋਇਆ। ਇਸ ਜਥੇ ਵਿੱਚ ਵੱਡੀ ਗਿਣਤੀ 'ਚ ਮਹਿਲਾਵਾਂ ਵੀ ਸ਼ਾਮਲ ਸਨ, ਜੋ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੀਆਂ ਸਨ। ਲੋਕਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਆਪਣਾ ਇੱਕ ਵੀ ਫੈਸਲਾ ਜਨਤਾ ਦੇ ਹੱਕ ਵਿੱਚ ਨਹੀਂ ਲਿਆ। ਹੁਣ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਉੱਤੇ ਵੱਡਾ ਹਮਲਾ ਬੋਲਿਆ ਗਿਆ। ਕਿਸਾਨ ਇਹਨਾਂ ਕਾਨੂੰਨਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ ਅਤੇ ਚਾਹੇ ਜਿੰਨਾ ਵੀ ਲੰਬਾ ਸੰਘਰਸ਼ ਕਰਨਾ ਪਵੇ, ਇਹ ਕਾਨੂੰਨ ਵਾਪਸ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ। ਇਹ ਮੋਦੀ ਦੀ ਸਰਕਾਰ ਜੀ ਐਡੀ ਢੀਠ ਔਰ ਬੇਸ਼ਰਮ ਸਰਕਾਰ ਹੈ ਜਿਹਦਾ ਇੱਕ ਵੀ ਫੈਸਲਾ ਲੋਕਾਂ ਦੇ ਹੱਕ 'ਚ ਨਹੀਂ ਹੈ। ਸਾਰੇ ਫੈਸਲੇ ਲਗਭਗ ਜਿਹੜੇ ਹੈ ਲੋਕਾਂ ਦੇ ਵਿਰੋਧ 'ਚ ਨੇ। ਆ ਹੁਣ ਜਿਹੜਾ ਸਭ ਤੋਂ ਵੱਡਾ ਹਮਲਾ ਕੀਤਾ ਹੈ ਕਿਸਾਨੀ ਦੇ ਉੱਪਰ, ਕਿਸਾਨੀ ਦੇ ਨਾਲ ਸਾਰੇ ਤਬਕੇ ਪ੍ਰਭਾਵਿਤ ਹੁੰਦੇ ਹੈ ਔਰ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਉਹ ਇੱਕ ਮੀਟਿੰਗ ਔਰ ਇੱਕ ਫੈਸਲਾ ਕਰੇ। ਇਹ ਹਾਂ ਨਾ ਵਾਲਾ ਰੋਜ਼ ਜਿਹੜਾ ਲਮਕਾਇਆ ਹੋਇਆ ਕੰਮ
ਕਿਸਾਨ ਲਗਾਤਾਰ 2-2.5 ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ। ਹੁਣ 15 ਦਿਨ ਹੋ ਗਏ, 16 ਦਿਨ ਦਿੱਲੀ ਦੇ ਵਿੱਚ ਮੋਰਚੇ ਲਾਏ ਹੋਏ ਨੇ ਔਰ ਇਹ ਮੋਰਚੇ ਦੇ ਵਿੱਚ ਜਿਹੜਾ ਹੈ ਲਗਾਤਾਰ ਗਿਣਤੀ ਵੱਧਦੀ ਹੀ ਜਾ ਰਹੀ ਹੈ ਔਰ ਵੱਧਦੀ ਹੀ ਜਾਊਗੀ। ਅਸੀਂ ਅਖੀਰ ਤੱਕ ਜਿਹੜਾ ਹੈਗਾ ਆਪਣੇ ਦਮ ਤੱਕ, ਜਿੰਨਾ ਚਿਰ ਅਸੀਂ ਲੜਾਈ ਨੂੰ ਜਿੱਤਦੇ ਨਹੀਂ ਹਾਂ, ਸਾਡਾ ਜਿਹੜਾ ਹੌਸਲਾ ਬਰਕਰਾਰ ਹੈ। ਅਸੀਂ ਇਹ ਇਤਿਹਾਸਕ ਜਿੱਤ ਕੇ ਹੀ ਰਹਾਂਗੇ, ਇਹ ਸਾਡਾ ਵਾਅਦਾ ਰਿਹਾ। ਅਸੀਂ ਅੱਜ ਕਾਫੀ ਵੱਡੇ ਕਾਫਲਾ ਜਾਣੀ ਕਿ ਤੁਸੀਂ ਦੇਖ ਸਕਦੇ ਹੋ ਔਰਤਾਂ ਦਾ ਸਾਡੇ ਨਾਲ ਹੈ ਤੇ ਅਸੀਂ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕਰਨ ਚੱਲੇ ਆ ਜੀ। ਕਾਫੀ ਟਾਈਮ ਤੋਂ ਤੁਸੀਂ ਦੇਖਿਆ ਹੋਊਗਾ ਵੀ ਗਰਮੀ ਸੀ ਉਦੋਂ ਜਦੋਂ ਤੋਂ ਅਸੀਂ ਧਰਨੇ ਲਾ ਰਹੇ ਹਾਂ, ਪਰ ਇਹ ਹੰਕਾਰ ਵਿੱਚ ਆਈ ਮੋਦੀ ਸਰਕਾਰ ਝੁਕਦੀ ਨਜ਼ਰ ਨਹੀਂ ਆਈ। ਪਰ ਹੁਣ ਦੇਖੋ ਸਰਦੀ ਹੋ ਚੁੱਕੀ ਹੈ, ਬਹੁਤ ਠੰਡ ਹੈ। ਸਾਡੇ ਸਾਰਾ ਪੰਜਾਬ ਨਹੀਂ ਬਲਕਿ ਆਲ ਵਰਲਡ ਸਾਡੇ ਨਾਲ ਖੜਾ ਦਿਖਾਈ ਦਿੰਦਾ ਹੈ। ਅਮਰੀਕਾ ਦੇ ਪ੍ਰਧਾਨ ਮੰਤਰੀ ਨੇ ਮਤਲਬ ਇੰਨੀ ਸ਼ਰਮ ਮਹਿਸੂਸ ਕੀਤੀ ਹੈ ਕਿ ਇਹ ਘਟੀਆ ਬੰਦੇ ਨਾਲ ਮੈਂ ਹੱਥ ਮਿਲਾ ਕੇ ਵੀ ਪਛਤਾਉਂਦਾ ਹਾਂ। ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇੱਥੋਂ ਤੱਕ ਕਹਿਤਾ ਕਿ ਮੋਦੀ ਕੈਨੇਡਾ ਵਿੱਚ ਜੇਕਰ ਕਿਸਾਨਾਂ ਦੇ ਕਾਨੂੰਨ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਤਾਂ ਉਹ ਕੈਨੇਡਾ ਦੇ ਵਿੱਚ ਇਸ ਤੋਂ ਬਾਅਦ ਉਹਦੀ ਐਂਟਰੀ ਬੰਦ ਕੀਤੀ ਜਾਊਗੀ। ਕੇਂਦਰ ਦੀ ਸਰਕਾਰ ਸ਼ੁਰੂ ਤੋਂ ਹੀ ਜਿਹੜੀ ਹੈ ਕਿਸਾਨਾਂ ਨਾਲ ਮਜ਼ਾਕ ਦੇ ਇੱਕ ਰੂਪ ਧਾਰ ਰਹੀ ਹੈ ਕਿ ਉਹ ਕਹਿ ਰਹੀ ਹੈ ਵੀ ਅੱਜ ਦਾ ਫੈਸਲਾ ਜਾਂ ਕੱਲ੍ਹ ਦਾ ਫੈਸਲਾ ਲਗਾਤਾਰ ਮੀਟਿੰਗਾਂ ਜਿਹੜੀਆਂ ਇਹ ਮੀਟਿੰਗਾਂ ਨੇ ਬੇਸਿੱਟਾ ਨੇ ਔਰ ਅਸੀਂ ਇਹ ਮੀਟਿੰਗਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਸਰਕਾਰ ਨੂੰ ਚਾਹੀਦਾ ਸੀ ਕਿ 5 ਜੂਨ ਤੋਂ ਲੈ ਕੇ ਅੱਜ ਤੱਕ ਸੰਘਰਸ਼ ਜਿਹੜਾ ਚੱਲੀ ਜਾ ਰਿਹਾ ਹੈ ਔਰ ਸਰਕਾਰ ਨੇ ਇਹਦਾ ਜਿਹੜਾ ਫੈਸਲਾ ਸੀ ਤੁਰੰਤ ਲੈਣਾ ਸੀਗਾ ਕਿਉਂਕਿ ਸਰਕਾਰ ਲਮਕਾਉਂਦੀ ਹੈ ਵੀ ਪਤਾ ਨਹੀਂ ਕਿਸਾਨ ਉੱਠ ਕੇ ਇੱਥੋਂ ਚਲੇ ਜਾਣਗੇ। ਲੇਕਿਨ ਮੈਂ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਵੀ ਅਸੀਂ ਇਹਦਾ ਤੂੰ ਆਪਦੇ ਮਨ ਚੋਂ ਭੁਲੇਖਾ ਹੀ ਕੱਢ ਦੇ ਵੀ ਅਸੀਂ ਇੱਥੇ ਉੱਠ ਕੇ ਜਾਵਾਂਗੇ। ਜੋ ਸਰਕਾਰ ਕਿਸਾਨਾਂ ਦੇ ਮਗਰ ਕੰਮ ਜੋ ਸਰਕਾਰ ਕਿਸਾਨ ਉੱਥੇ ਦਿੱਲੀ ਬੈਠੇ ਨੇ ਉਹਨਾਂ ਦੇ ਮਗਰ ਜੋ ਕੰਮ ਨੇ ਉਹ ਜਿਹੜੇ ਸਾਡਾ ਭਾਈਚਾਰਕ ਇੱਥੇ ਸਾਂਝ ਬਣੀ ਹੋਈ ਹੈ ਅਸੀਂ ਉਹਨਾਂ ਦਾ ਕੰਮ ਜਿਹੜਾ ਹੈਗਾ ਨਿਬੇੜ ਰਹੇ ਹਾਂ ਤੇ ਅਸੀਂ ਅੱਜ तमाम ਜਥੇਬੰਦੀਆਂ ਦਾ ਉਹਨਾਂ ਦਾ ਕੰਮ ਨਿਬੇੜ ਕੇ ਅਸੀਂ तमाम ਜਥੇਬੰਦੀਆਂ ਦੇ ਨਾਲ ਅਸੀਂ ਵੀ ਅੱਜ ਦਿੱਲੀ ਕੂਚ ਕਰ ਰਹੇ ਹਾਂ। ਉਧਰ ਮਾਨਸਾ ਦੇ ਬੱਸ ਸਟੈਂਡ ਤੋਂ ਆਂਗਣਵਾੜੀ ਵਰਕਰਾਂ ਨੇ ਦਿੱਲੀ ਵੱਲ ਝਾਲੇ ਪਾਏ। ਇਹਨਾਂ ਵਰਕਰਾਂ ਦਾ ਕਹਿਣਾ ਸੀ ਕਿ ਉਹ ਖੇਤੀ ਕਾਨੂੰਨਾਂ ਦਾ ਵਿਰੋਧ ਅਤੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਨੇ। ਉਹਨਾਂ ਵੱਲੋਂ ਕਿਸਾਨ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਜਾਵੇਗਾ ਅਤੇ ਜਿੰਨੀ ਦੇਰ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਦਾ ਸੰਘਰਸ਼ ਹੋਰ ਵੀ ਤਿੱਖਾ ਹੁੰਦਾ ਜਾਵੇਗਾ। ਆਂਗਣਵਾੜੀ ਵਰਕਰ ਤੋਂ ਪਹਿਲਾਂ ਵੀ ਮੈਂ ਕਿਸਾਨ ਦੀ ਨੂੰਹ ਆ, ਕਿਸਾਨ ਦੀ ਧੀ ਆ। ਅੱਜ ਸਾਡੇ ਕਿਸਾਨ ਉੱਥੇ ਸੜਕਾਂ ਤੇ ਰੁਲ ਰਹੇ ਨੇ, ਇਸ ਲਈ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਪੂਰੀ ਆਂਗਣਵਾੜੀ ਮੁਲਾਜ਼ਮ ਜਿਹੜੀ ਯੂਨੀਅਨ ਹੈ ਉੱਥੇ ਜਾ ਰਹੀ ਹੈ ਤੇ ਪਹਿਲਾਂ ਵੀ ਜਦੋਂ ਮਤਲਬ ਬਲਾਕ ਪੱਧਰ ਤੇ ਜਿਹੜੇ ਧਰਨੇ ਲੱਗਦੇ ਸੀਗੇ ਉੱਥੇ ਅਸੀਂ ਬਿਲਕੁਲ ਸ਼ਾਮਲ ਹੁੰਦੇ ਸੀਗੇ ਤੇ ਅੱਜ ਵੀ ਸਾਨੂੰ ਇਹ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਜਿਹੜੇ 3 ਆਰਡੀਨੈਂਸ ਪਾਸ ਕੀਤੇ ਨੇ ਅਸੀਂ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਉਹਨਾਂ ਦੇ ਵਾਪਸ ਉਹਨਾਂ ਦੇ ਮੂੰਹ ਦੇ ਵਿੱਚ ਪਾ ਕੇ ਹੀ ਵਾਪਸ ਮੁੜਾਂਗੇ। ਅੱਜ ਅਸੀਂ ਦਿੱਲੀ ਜਾ ਰਹੇ ਹਾਂ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਜੋ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਜੋ ਸੈਂਟਰ ਦੀ ਸਰਕਾਰ ਨੇ ਕਾਲੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਅਸੀਂ ਉਹਨਾਂ ਨੂੰ ਵਾਪਸ ਕਰਾਉਣ ਲਈ ਜਾ ਰਹੇ ਹਾਂ। ਲਾਕਡਾਊਨ ਦੇ ਵਿੱਚ ਵੀ ਅਸੀਂ ਕਿਸਾਨਾਂ ਦਾ ਹਰ ਇੱਕ ਜਗ੍ਹਾ ਤੇ ਸਮਰਥਨ ਕੀਤਾ, ਹਰ ਇੱਕ ਧਰਨੇ ਵਿੱਚ ਸ਼ਾਮਿਲ ਹੋਏ ਹਾਂ। ਹੁਣ ਵੀ ਇਹ ਹੈ ਵੀ ਜਿੰਨਾ ਚਿਰ ਇਹ ਸੰਘਰਸ਼ ਜਾਰੀ ਰਹੂਗਾ ਉਹਨਾਂ ਚਿਰ ਸਾਡਾ ਪੰਜਾਬ ਦੇ ਕੋਨੇ-ਕੋਨੇ ਦੀ ਹਰ ਇੱਕ ਵਰਕਰ ਦਿੱਲੀ ਪਹੁੰਚੂਗੀ ਤੇ ਉਹਨਾਂ ਦਾ ਸਾਥ ਦੇਵਾਂਗੇ। ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ, ਮੋਦੀ ਦੀ ਸਰਕਾਰ ਵਾਪਸ ਨਹੀਂ ਲੈਂਦੀ ਤੇ ਉਹਨਾਂ ਚਿਰ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਤੇ ਇਹਨਾਂ ਤੋਂ ਜਿੱਤ ਪ੍ਰਾਪਤ ਕਰਕੇ ਹੀ ਅਸੀਂ ਘਰ ਵਾਪਸ ਆਵਾਂਗੀਆਂ। ਅਸੀਂ ਵੀ ਮਾਈ ਭਾਗੋ ਦੀ ਔਲਾਦ ਹੈ, ਅਸੀਂ ਵੀ ਆਪਦੇ ਹੱਕਾਂ ਵਾਸਤੇ ਇਹਨਾਂ ਨਾਲ ਹਰ ਇੱਕ ਜਗ੍ਹਾ ਤੇ ਲੜਾਈ ਲੜਨ ਲਈ ਤਿਆਰ ਹੈ ਤੇ ਜਿੰਨਾ ਚਿਰ ਸਾਡੇ ਇਹ ਹੱਕ ਸਾਨੂੰ ਵਾਪਸ ਨਹੀਂ ਮਿਲਦੇ ਤੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਉਂਦੀਆਂ ਕਿਉਂਕਿ ਅਸੀਂ ਵੀ ਇੱਕ ਕਿਸਾਨ ਦੀਆਂ ਧੀਆਂ। ਜੇ ਕਿਸਾਨਾਂ ਦੇ ਹੱਥਾਂ ਵਿੱਚੋਂ ਅੱਜ ਰੋਟੀ ਜਾਂਦੀ ਹੈ ਤਾਂ ਸਾਡਾ ਕੀ ਜਿਉਣਾ ਹੈ ਤਾਂ ਅਸੀਂ ਵੀ ਆਪਣੇ ਮਾਪਿਓ ਦੇ ਨਾਲ ਉਹਨਾਂ ਧਰਨਿਆਂ ਵਿੱਚ ਸ਼ਾਮਲ ਹੋਵਾਂਗੇ ਤੇ ਜਿੱਤ ਪ੍ਰਾਪਤ ਕਰਕੇ ਵਾਪਸ ਹੀ ਆਵਾਂਗੇ। ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਪੰਜਾਬ ਦੇ ਹਰ ਵਰਗ ਦੇ ਲੋਕ ਦਿੱਲੀ ਵੱਲ ਨੂੰ ਵਹੀਰਾਂ ਘੱਟ ਰਹੇ ਨੇ। ਇਹ ਅੰਦੋਲਨ ਨੂੰ ਹੁਣ ਪੂਰੇ ਦੇਸ਼ ਦਾ ਸਾਥ ਵੀ ਮਿਲਣਾ ਸ਼ੁਰੂ ਹੋ ਗਿਆ। ਕਿਸਾਨਾਂ ਨੇ ਹੁਣ ਤੱਕ ਜਿਸ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਆਪਣਾ ਸੰਘਰਸ਼ ਭਖਾਇਆ ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕ ਆਪ ਮੁਹਾਰੇ ਕਿਸਾਨਾਂ ਦੇ ਸਮਰਥਨ 'ਚ ਅੱਗੇ ਆ ਰਹੇ ਨੇ। ਮਾਨਸਾ ਤੋਂ ਜੀਵਨ ਸਿੰਘ ਕ੍ਰਾਂਤੀ ਦੇ ਨਾਲ ਬਿਊਰੋ ਰਿਪੋਰਟ ਟੀਵੀ ਪੰਜਾਬ। ਕੇਂਦਰ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਹੈ। ਪੰਜਾਬ ਮਗਰੋਂ ਹੁਣ ਦੇਸ਼ ਦੇ ਬਾਕੀ ਹਿੱਸਿਆਂ 'ਚ ਵੀ ਅੰਬਾਨੀ ਤੇ ਅਡਾਨੀ ਦੇ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਰਿਆਣਾ ਦੇ ਸੋਨੀਪਤ 'ਚ ਕਿਸਾਨਾਂ ਨੇ ਅੰਬਾਨੀ ਦੇ ਰਿਲਾਇੰਸ ਮਾਲ ਨੂੰ ਘੇਰ ਲਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰਨ ਵਾਲੇ ਕਿਸਾਨ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਸਨ।
हमारी मांग पूरी नहीं होगी। ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਤੇ ਅੰਬਾਨੀਆਂ ਅਡਾਨੀਆਂ ਦਾ ਵੱਖ-ਵੱਖ ਤਰੀਕਿਆਂ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਸਰਕਾਰ ਤੇ ਅੰਬਾਨੀਆਂ ਅਡਾਨੀਆਂ ਦਾ ਹਰਿਆਣਾ ਵਿੱਚ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਸੋਨੀਪਤ ਵਿੱਚ ਕਿਸਾਨਾਂ ਵੱਲੋਂ ਰਿਲਾਇੰਸ ਮਾਲ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਅੱਜ ਸੋਨੀਪਤ ਦੇ ਗਾਂਧੀ ਚੌਕ ਵਿੱਚ ਰਿਲਾਇੰਸ ਮਾਲ ਬੰਦ ਕੀਤਾ ਗਿਆ ਅਤੇ ਪੂੰਜੀਪਤੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਹ ਉੱਥੇ ਹੀ ਬੈਠੇ ਰਹਿਣਗੇ ਅਤੇ ਨਾਲ ਹੀ ਉਹਨਾਂ ਬਾਕੀ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਰਿਲਾਇੰਸ ਦੇ ਪੈਟਰੋਲ ਪੰਪ ਤੇ ਮਾਲ ਬੰਦ ਕਰ ਦੇਣ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਤੇ ਦੇਸ਼ ਦਾ ਅੰਨਦਾਤਾ ਕਈ ਦਿਨਾਂ ਤੋਂ ਸਿੰਘੂ ਬਾਰਡਰ ਉੱਤੇ ਡਟਿਆ ਹੋਇਆ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਵੱਲੋਂ ਕਈ ਤਰ੍ਹਾਂ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਵੇ। ਬਿਊਰੋ ਰਿਪੋਰਟ ਟੀਵੀ ਪੰਜਾਬ। ਕਿਸਾਨਾਂ ਦੇ ਪੁੱਤ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਈ ਤਰੀਕੇ ਅਜ਼ਮਾ ਰਹੇ ਨੇ। ਹੁਣ ਕਰਨਾਲ ਦੇ ਰਹਿਣ ਵਾਲੇ ਬਾਕਸਰ ਤੇ ਓਲੰਪਿਕ ਖਿਡਾਰੀ ਸੁਮਿਤ ਸਾਗਵਾਨ ਨੇ ਆਪਣੇ ਵਿਆਹ 'ਚ ਟਰੈਕਟਰ ਤੇ ਬਰਾਤ ਕੱਢੀ। ਸੁਮਿਤ ਆਪਣੇ ਵਿਆਹ ਦੇ ਸ਼ਗਨ 'ਚ ਮਿਲੇ ਪੈਸੇ ਵੀ ਕਿਸਾਨ ਅੰਦੋਲਨ ਲਈ ਦੇਣਗੇ। ਸੁਮਿਤ ਮੁਤਾਬਕ ਉਹ ਕਿਸਾਨ ਦਾ ਪੁੱਤ ਹੈ ਤੇ ਕਿਸਾਨੀ ਸੰਘਰਸ਼ 'ਚ ਹਰ ਕਦਮ ਤੇ ਕਿਸਾਨਾਂ ਦਾ ਸਾਥ ਦੇਣ ਨੂੰ ਤਿਆਰ ਹੈ। ਉਸਨੇ ਸਰਕਾਰ ਤੋਂ ਤੁਰੰਤ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ। ਵਿਆਹ ਸਮਾਗਮਾਂ ਉੱਤੇ ਵੀ ਕਿਸਾਨ ਅੰਦੋਲਨ ਦਾ ਰੰਗ ਝੜਨ ਲੱਗ ਗਿਆ ਹੈ। ਪੁਰਾਣੇ ਰੀਤੀ ਰਿਵਾਜ ਬਦਲ ਰਹੇ ਨੇ। ਹੁਣ ਕਰਨਾਲ ਦੇ ਰਹਿਣ ਵਾਲੇ ਬਾਕਸਰ ਤੇ ਓਲੰਪਿਕ ਖਿਡਾਰੀ ਸੁਮਿਤ ਸਾਗਵਾਨ ਨੇ ਆਪਣੇ ਵਿਆਹ 'ਚ ਟਰੈਕਟਰ ਉੱਤੇ ਬਰਾਤ ਕੱਢੀ। ਸੁਮਿਤ ਕਿਸਾਨ ਦਾ ਪੁੱਤ ਹੈ ਤੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਉਸਨੇ ਆਪਣੇ ਵਿਆਹ ਵਿੱਚ ਕੋਈ ਰੱਥ ਜਾਂ ਘੋੜਾ ਜਾਂ ਕੋਈ ਵੱਡੀ ਕਾਰ ਨਾ ਇਸਤੇਮਾਲ ਕਰਕੇ ਟਰੈਕਟਰ ਦਾ ਇਸਤੇਮਾਲ ਕੀਤਾ। ਸੁਮਿਤ ਨੇ ਇਹ ਵੀ ਦੱਸਿਆ ਕਿ ਸ਼ਗਨ 'ਚ ਜੋ ਪੈਸੇ ਮਿਲਣਗੇ ਉਸ ਨਾਲ ਉਹ ਕਿਸਾਨ ਅੰਦੋਲਨ 'ਚ ਸਮਾਨ ਲੈ ਕੇ ਜਾਣਗੇ ਤੇ ਕਿਸਾਨਾਂ ਦੇ ਵਿੱਚ ਵੰਡਣਗੇ। ਸੁਮਿਤ ਦੇ ਪਿਤਾ ਵੀ ਆਪਣੇ ਬਾਕਸਰ ਪੁੱਤ ਦੇ ਇਸ ਫੈਸਲੇ ਤੋਂ ਕਾਫੀ खुश नजर आ रहे हैं। किसान सबका अन्नदाता है, हमें सभी को किसानों को सपोर्ट करना चाहिए इस आंदोलन में। और मैं किसान फैमिली से बिलोंग करता हूँ और इसलिए एक किसान हम सबका पेट भरता है और हर इंसान को इस स्पोर्ट में आगे आना चाहिए। और मैं भी किसान के जर्नी के थ्रू मैं किसानों को इस आंदोलन में सपोर्ट करता हूँ और उनके साथ खड़ा हूँ। समाज के लिए एक संदेश है, क्योंकि हमने भी वक्त के हिसाब से इस प्रोग्राम के लिए रथ बग्घी का इंतजाम किया था और जैसे 7 तारीख को यहाँ पर पहुंचा, इसको पता चला कि भी मेरा जो ये गुड़चड़ी ये प्रोग्राम है रथ बग्घी से होगा, तो इसने आते ही जवाब दिया बिल्कुल कि नहीं पापा मैं ट्रैक्टर जाऊंगा, क्योंकि मैं किसान परिवार में मेरा जन्म है। कुछ भी हो इस देश का जो आधार है वो किसान है और किसान ही रहेगा। सरकारें आएंगी जाएंगी बदलती रहेंगी, कोई दिक्कत नहीं, लेकिन इस देश का जो असली मालिक है वो किसान है और किसान ही रहेगा। और वही संदेश ये देना चाहते हैं इससे, ताकि किसान जो समाज है वो एकजुट रहे, किसानों का भला हो। हमारे यहाँ जो किसान समाज के अंदर दिवाली के बाद जो गोवर्धन पूजा होती है, पहले बैल की पूजा होती थी, आज किसान ट्रैक्टर की पूजा करता है। इसके अंदर ट्रैक्टर के अंदर किसान की आत्मा बसी है, इसके बगैर किसान का गुजारा नहीं है। ਦੱਸ ਦਈਏ ਕਿ ਬਾਕਸਰ ਸੁਮਿਤ ਸਾਗਵਾਨ ਨੇ ਦੇਸ਼ ਦੇ ਲਈ ਕਈ ਮੈਡਲ ਹਾਸਲ ਕੀਤੇ ਨੇ, ਜਿਸ ਨੇ ਆਪਣੇ ਪੰਚ ਨਾਲ ਵਿਰੋਧੀਆਂ ਦੇ ਛੱਕੇ ਛੁਡਾ ਦਿੱਤੇ, ਜਿਸ ਨੇ ਰਿੰਗ 'ਚ ਖੂਬ ਨਾਮ ਕਮਾਇਆ। ਉਸੇ ਸੁਮਿਤ ਨੇ ਅੱਜ ਆਪਣੇ ਵਿਆਹ ਨੂੰ ਕਿਸਾਨ ਅੰਦੋਲਨ ਦੇ ਸਮਰਥਨ 'ਚ ਯਾਦਗਾਰ ਬਣਾ ਦਿੱਤਾ ਹੈ। ਦਿੱਲੀ ਦੇ ਟਿਕਰੀ ਬਾਰਡਰ ਤੇ ਕਿਸਾਨ ਸੰਘਰਸ਼ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਾਲਿਆਣਾ ਦੇ ਸ਼ਹੀਦ ਹੋਏ ਕਿਸਾਨ ਲਖਵੀਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਲਟਕਾ ਰਹੀ ਹੈ। ਠੰਡ ਕਾਰਨ ਕਈ ਕਿਸਾਨ ਇਸ ਸੰਘਰਸ਼ 'ਚ ਸ਼ਹੀਦ ਹੋ ਗਏ ਨੇ, ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਤੇ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕਰਕੇ ਉਹਨਾਂ ਨੂੰ ਰਾਹਤ
ਦੇਣੀ ਚਾਹੀਦੀ ਹੈ। ਇਸ ਠੰਡ ਦੇ ਮੌਸਮ 'ਚ ਆਪਣਾ ਘਰ-ਬਾਰ ਛੱਡ ਕੇ, ਆਪਣੇ ਛੋਟੇ-ਛੋਟੇ ਪੋਤੇ-ਪੋਤੀਆਂ ਨੂੰ ਛੱਡ ਕੇ, ਆਪਣੇ ਬਜ਼ੁਰਗ ਮਾਪਿਆਂ ਨੂੰ ਛੱਡ ਕੇ ਉਹ ਮਾਤਾਵਾਂ ਨੂੰ ਨਮਨ ਕਰਦੀਆਂ ਕਿ ਇਸ ਸੰਘਰਸ਼ ਨੂੰ ਕਾਮਯਾਬ ਕਰਨ ਵਾਸਤੇ ਜਿਸ ਹਾਲਾਤਾਂ 'ਚ ਉੱਥੇ ਬੈਠੇ ਨੇ, ਉਸ ਠੰਡ ਦੇ ਮੌਸਮ 'ਚ ਮੱਛਰ ਦਾ ਸਾਹਮਣਾ ਕਰਕੇ, ਹਰ ਤਰ੍ਹਾਂ ਦਾ ਤਸ਼ੱਦਦ ਦਾ ਸਾਹਮਣਾ ਕਰਕੇ, ਤੇ ਉਹ ਕੇਂਦਰ ਦੀ ਸਰਕਾਰ ਜਿਹੜਾ ਇਸ ਕਿਸਾਨਾਂ ਦੇ ਅੰਨਦਾਤਾ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਹਰ ਤਰ੍ਹਾਂ ਦੇ ਨਾਂ ਪ੍ਰਯੋਗ ਕਰ ਰਹੀ ਹੈ ਉਹਨਾਂ ਦੇ ਵਾਸਤੇ। ਇਹ ਜਿਹੜੇ ਯੂਨੀਅਨ ਜਥੇਬੰਦੀਆਂ ਨੂੰ ਕਮਜ਼ੋਰ ਕਰਨ ਵਾਸਤੇ ਵਿੱਚੇ ਪਾੜ ਕੇ ਇਹਨਾਂ ਤੇ ਪਾੜ ਕਰ ਰਹੀ ਹੈ, ਪਾਟਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਇਸ ਪੂਰੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਜਿਹੜਾ ਕੁਝ ਪਲ ਉੱਥੇ ਡਟੇ ਹੋਏ ਨੇ, ਤੇ ਪਰਮਾਤਮਾ ਸੱਚ ਦਾ ਸਾਥ ਦਿੰਦਾ ਹੈਗਾ, ਸੱਚ ਦੀ ਜਿੱਤ ਹੋਊਗੀ। ਦੇਖੋ ਇਸ ਸਰਕਾਰ ਨੇ ਜਦ ਮੇਰੀ ਆਈ ਤਾਂ ਕਹਿਣ ਦੀ ਗੱਲ ਹੈਗੀ ਕਿ ਜਦ ਸਰਕਾਰ ਨੇ ਮੰਨ ਲਿਆ ਕਿ ਖਾਮੀਆਂ ਸੀਗੀਆਂ, ਤੁਸੀਂ ਜੇ ਉਹ ਖਾਮੀਆਂ ਨੂੰ ਠੀਕ ਕਰਨ ਵਾਸਤੇ ਰਾਜ਼ੀ ਹੋਗੇ ਤਾਂ ਤੁਸੀਂ ਮੰਨ ਲਿਆ ਕਿ ਖਾਮੀਆਂ ਸੀਗੀਆਂ। ਅੱਜ ਜਦ ਲੋਕੀ ਕਹਿ ਰਹੇ ਨੇ ਕਿ 100 ਖਾਮੀਆਂ ਹੋਰ ਤੁਸੀਂ ਵਾਪਸ ਲੈ ਕੇ ਨਵਾਂ ਬਿੱਲ ਕਿਉਂ ਨਹੀਂ ਲਾ ਸਕਦੇ? ਇਹ ਅੜੀਅਲ ਰਵੱਈਆ ਕਿਸ ਵਾਸਤੇ? ਇਹ ਅਹੰਕਾਰ ਕਿਸ ਵਾਸਤੇ? ਆਪਣੇ ਲੋਕਾਂ ਦੇ ਨਾਲ, ਜਿਨ੍ਹਾਂ ਲੋਕਾਂ ਨੇ ਤੁਹਾਨੂੰ ਉੱਥੇ ਤਾਈਂ ਭੇਜਿਆ ਹੈ। ਅਹੰਕਾਰ ਦੀ ਜਿੱਤ ਅੱਜ ਤਾਈਂ ਨਹੀਂ ਹੋਈ ਹੈ, ਜਿੱਤ ਹਮੇਸ਼ਾ ਸੱਚ ਦੀ ਹੋਈ ਹੈ, ਤੇ ਸੱਚੇ ਉਹ ਅੰਨਦਾਤਾ ਨੇ ਜਿਹੜਾ ਇਹਨਾਂ ਲੋਕਾਂ ਦਾ ਢਿੱਡ ਭਰਨ ਦਾ ਕੰਮ ਕਰਦੇ। ਜੇ ਢਿੱਡ ਹੈਗਾ ਤੇ ਦੇਸ਼ ਹੈਗਾ। ਫਿਲਮ ਅਭਿਨੇਤਾ ਯੋਗਰਾਜ ਸਿੰਘ ਉਂਝ ਤਾਂ ਕਿਸਾਨ ਅੰਦੋਲਨ 'ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ, ਪਰ ਉਹਨਾਂ ਦੇ ਕਈ ਬਿਆਨ ਵਿਵਾਦ ਦਾ ਕਾਰਨ ਬਣ ਰਹੇ ਨੇ। ਪਹਿਲਾਂ ਹਿੰਦੂ ਧਰਮ ਤੇ ਟਿੱਪਣੀ ਕਰਨ ਤੋਂ ਬਾਅਦ ਵਿਵਾਦਾਂ 'ਚ ਆਏ ਯੋਗਰਾਜ ਸਿੰਘ ਉੱਤੇ ਹੁਣ ਮਜ਼੍ਹਬੀ ਸਿੱਖਾਂ ਦੀ ਇੱਕ ਸਾਖੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਆਰੋਪ ਲੱਗੇ ਨੇ। ਲੁਧਿਆਣਾ 'ਚ ਸੰਤ ਸਿਪਾਹੀ ਗਰੁੱਪ ਦੇ ਆਗੂ ਭਾਈ ਦਵਿੰਦਰ ਸਿੰਘ ਖਾਲਸਾ ਅਤੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਨੇ ਯੋਗਰਾਜ ਸਿੰਘ ਨੂੰ ਤਾੜਨਾ ਕਰਦਿਆਂ ਡੇਰੇ ਤੇ ਆ ਕੇ ਮਾਫੀ ਮੰਗਣ ਲਈ ਕਿਹਾ ਅਤੇ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਨਸੀਹਤ ਦਿੱਤੀ। ਹਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕੀ ਗੱਲ ਹੈ? ਕਹਿੰਦਾ ਬੜਾ ਉੱਚੀ ਬੋਲਦਾ। ਕਹਿੰਦਾ ਗੱਲ ਇਹ ਹੈ, ਬਾਬਾ ਜੀ ਬੰਦੂਕ ਬਣਾ ਕੇ ਲਿਆ, ਇਹ ਕਿਲੋਮੀਟਰ ਤੱਕ ਮਾਰ ਕਰੂਗੀ, ਕਿਹੜੀ ਗੱਲ ਹੈ? ਕਹਿੰਦੇ ਅੱਛਾ ਚੱਲ ਫਿਰ। ਕਹਿੰਦਾ ਇਹਨੂੰ ਟੈਸਟ ਕਰੀਏ, ਜਮਾਈਏ, ਆ ਜਰਾ ਸਾਹਮਣੇ ਖੜਾ ਹੋ। ਉਹ ਕਹਿੰਦਾ ਮਹਾਰਾਜ ਮੈਂ ਬੰਦੂਕ ਬਣਾਈ ਹੈ, ਕੋਈ ਤੁਸੀਂ ਮੇਰੇ ਤੇ ਜਮਾਉਣ ਲੱਗ ਗਏ। ਕਹਿੰਦੇ ਫਿਰ ਬਣਾਈਏ, ਦੇਖੀਏ ਸੀ ਕਿੰਨੀ ਦੂਰ ਤੱਕ ਮਾਰ ਕਰਦੀ ਹੈ। ਉਹ ਕਹਿੰਦਾ ਜੀ ਮੈਂ ਪਹਿਲਾਂ ਆਪਣੀ ਜਨਾਨੀ ਨੂੰ ਪੁੱਛਿਆ। ਉਹ ਘਰੇ ਚਲਾ ਗਿਆ। ਉਹਨੇ ਘਰੇ ਜਾ ਕੇ ਜਨਾਨੀ ਨੂੰ ਕਿਹਾ ਯਾਰ ਬਾਬਾ ਜੀ ਤਾਂ ਐਂ ਕਹਿੰਦੇ ਆ। ਉਹਦੀ ਜਨਾਨੀ ਕਹਿੰਦੀ ਜਾਈ ਨਾ, ਇਹ ਤਾਂ ਕਮਲਾ, ਇਹਦਾ ਕੀ ਹੈ? ਇਹ ਤਾਂ ਹਰੇਕ ਨੂੰ ਡਾਹ ਲੈਂਦਾ, ਕਹਾ ਨਹੀਂ ਜਾਣਾ। ਉਹ ਸਵੇਰੇ ਜਾ ਕੇ ਕਹਿੰਦਾ ਜੀ ਮੈਂ ਨਹੀਂ ਕਰ ਸਕਦਾ। ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਲੈ ਆਪਣੇ ਸਿੰਘਾਂ ਨੂੰ ਬੁਲਾਉਣਾ। ਤੇ ਇੱਕ ਪਿਓ ਤੇ ਇੱਕ ਆਪਣਾ ਉਹਦਾ ਮੁੰਡਾ ਉੱਥੇ ਲਿੱਦ ਚੱਕ ਰਹੇ ਸੀ। ਉਹਨਾਂ ਨੇ ਆਵਾਜ਼ ਮਾਰੀ। ਉਹ ਕਹਿੰਦਾ ਪਹਿਲਾਂ ਮੈਂ ਸੁਣੀ ਹੈ। ਪਿਓ ਕਹਿੰਦਾ ਪਹਿਲਾਂ ਮੈਂ ਸੁਣੀ ਹੈ, ਮੇਰੇ ਤੇ ਗੋਲੀ ਚਲਾਓ। ਗੱਲ ਸਮਝ ਆਈ ਮੇਰੀ ਮੈਂ ਕੀ ਕਹਿਣਾ? ਗੁਰੂ ਸਾਹਿਬ ਕਹਿੰਦੇ ਕੁਛ ਨਹੀਂ ਕਰਨਾ, ਦੇਖਣਾ ਹੀ ਸੀ, ਦਿਖਾਉਣਾ ਸੀ ਤੇਰੇ ਤੇ ਮੇਰੇ ਸਿੰਘਾਂ 'ਚ ਕੀ ਫਰਕ ਹੈ। ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਪਾਰਟੀਆਂ ਇਹਨਾਂ ਨੂੰ ਤਿਆਰ ਕਰ ਰਹੀਆਂ ਹਨ, ਕਿਉਂਕਿ ਹੁਣ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਕੋਈ ਇੱਥੇ ਲਾਭ ਨਹੀਂ ਮਿਲ ਰਿਹਾ। ਉਹ ਆਪਣੀਆਂ ਬੀ ਟੀਮਾਂ ਤਿਆਰ ਕਰਨ ਦੇ ਲੱਗੇ ਹੋਏ ਹਨ। ਫਿਰ ਉਹਨਾਂ ਨੂੰ ਕੋਈ ਬੋਲਣ ਦਾ ਪਤਾ ਨਹੀਂ, ਕੋਈ ਇਤਿਹਾਸ ਦਾ ਪਤਾ ਨਹੀਂ, ਕੋਈ ਗੁਰਮਰਿਆਦਾ ਦਾ ਪਤਾ ਨਹੀਂ। ਇਹ ਬੋਲਦੇ ਹੋਏ ਗੁਰੂ ਸਾਹਿਬ ਦੇ ਪਰਥਾਏ ਵੀ ਐਸੇ ਅਸ਼ੁੱਭ ਬਚਨ ਇਹਨਾਂ ਦੇ ਮੂੰਹ 'ਚੋਂ ਨਿਕਲ ਰਹੇ ਨੇ। ਇਹਨਾਂ ਦੀ ਜੀਭ ਸੜ ਜਾਣੀ ਚਾਹੀਦੀ ਆ ਇਹੋ ਜਿਹੇ ਗੰਦਿਆਂ ਲੋਕਾਂ ਦੀ, ਜਦੋਂ ਇਹ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਵੀ ਤੋੜ ਮਰੋੜ ਕੇ ਗਲਤ ਪੇਸ਼ ਕਰਦੇ ਹਨ। ਗੁਰੂ ਸਾਹਿਬ ਦੇ ਪਰਥਾਏ ਉਹ ਜਦੋਂ ਬੋਲ ਰਿਹਾ ਹੈ ਯੋਗਰਾਜ ਸਿੰਘ, ਤੇ ਗੁਰੂ ਸਾਹਿਬ ਉਹ ਕਹਿ ਰਿਹਾ ਵੀ ਉਹ ਆਪਣੀ ਘਰ ਦੀ ਨੂੰ ਪੁੱਛਣਗਾ, ਤੇ ਗੁਰੂ ਸਾਹਿਬ ਬਾਰੇ ਮੇਰੀ ਤੇ ਜੀਭ ਸੜ ਜੇ ਮੈਂ ਗੁਰੂ ਸਾਹਿਬ ਬਾਰੇ ਇਹੋ ਜਿਹਾ ਬਚਨ ਕਵਾਂ। ਇਹੋ ਜਿਹੇ ਗੰਦੇ ਬੰਦੇ ਦੀ ਵੀ ਜੀਭ ਸੜ ਜਾਣੀ ਚਾਹੀਦੀ ਹੈ ਕਿ ਇਹੋ ਗੁਰੂ ਸਾਹਿਬ ਜੀ ਦੇ ਬਾਰੇ ਇਹ ਬੋਲ ਰਹੇ ਹਨ। ਪਰ ਇੱਥੇ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਭਾਈ ਜਦੋਂ ਸਟੇਜ ਤੇ ਟਾਈਮ ਦੇਣਾ ਹੈ, ਉਸ ਬੁਲਾਰੇ ਨੂੰ ਇਹ ਦੱਸਿਆ ਜਾਵੇ ਕਿਸੇ ਧਰਮ, ਕਿਸੇ ਜਾਤੀ ਦੇ ਪਰਥਾਏ ਕੋਈ ਇਹੋ ਜਿਹੇ ਲਫ਼ਜ਼ ਨਾ ਬੋਲੇ ਜਾਣ, ਕਿਉਂਕਿ ਉੱਥੇ ਪਹੁੰਚੇ ਹੋਏ ਕਿਸਾਨ ਮੋਰਚੇ ਦੇ ਵਿੱਚ ਵੀਰਾਂ ਵਰਕਰਾਂ ਜਾਂ ਭੈਣ ਭਰਾਵਾਂ ਦੇ ਮਨਾਂ ਨੂੰ ਠੇਸ ਪਹੁੰਚੇ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਜੇ ਕੋਈ ਗਲਤ ਬੋਲ ਵੀ ਦੇ ਦਿੰਦਾ ਹੈ ਤੇ ਉਸ ਨੂੰ ਅਗਾਂਹ ਤੋਂ ਸਟੇਜ ਤੇ ਟਾਈਮ ਨਾ ਦਿੱਤਾ ਜਾਵੇ, ਤੇ ਮੌਕੇ ਤੇ ਹੀ ਜਿਹੜਾ ਸਟੇਜ ਸੈਕਟਰੀ ਹੈ ਉਹ ਉਸੇ ਦੀ ਨਿੰਦਿਆ ਕਰਕੇ ਉਸ ਦਾ ਜਿਹੜਾ ਬੋਲਿਆ ਹੈ ਉਸ ਨੂੰ ਅਪ੍ਰਵਾਨ ਕਰੇ। ਇਹ ਮੇਰੀ ਬੇਨਤੀ ਹੈ ਕਿ ਜਿੱਥੇ ਸਾਡੀ ਬੜੀ ਭਾਈਚਾਰਕ ਸਾਂਝ ਬਣੀ ਹੈ, ਬੜਾ ਵਧੀਆ ਮਾਹੌਲ ਪੰਜਾਬ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ ਬਣਿਆ ਹੈ, ਇਸੇ ਤਰ੍ਹਾਂ ਦਾ ਮਾਹੌਲ ਸਤਿਗੁਰੂ ਜੀ ਬਣਾਈ ਰੱਖਣ। ਪਰ ਬਣੇਗਾ ਤਾਂ ਹੀ ਜੇ ਇਹੋ ਜਿਹੇ ਜਿਹੜੇ ਚੰਦਕ ਚਵਲ ਬੰਦੇ ਹਨ, ਜਿਹੜੇ ਸਿਆਸੀ ਪਾਰਟੀਆਂ ਦੀ ਬੀਜਮਾਤ ਦੇ ਤੌਰ ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਇਹ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਮਐਲਏ ਜਾਂ ਐਮਪੀ ਬਣਾਂਗੇ, ਇਹ ਲੋਕ ਆਪਣਾ ਫਾਇਦਾ ਵੇਖ ਰਹੇ ਜੇ। ਤੁਹਾਡੇ ਸੰਘਰਸ਼ ਨਾਲ ਇਹਨਾਂ ਨੂੰ ਕੋਈ ਵੀ ਸਰੋਕਾਰ ਨਹੀਂ ਜੀ। ਇਸ ਕਰਕੇ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ।
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚੇ ਕਿਸਾਨ। ਭਾਰਤੀ ਕਿਸਾਨ ਯੂਨੀਅਨ ਭਾਨੂ ਗਰੁੱਪ ਨੇ ਕੋਰਟ 'ਚ ਪਟੀਸ਼ਨ ਕੀਤੀ ਦਾਖਲ। ਕਿਸਾਨਾਂ ਦੇ ਕਾਰਪੋਰੇਟ ਘਰਾਣਿਆਂ ਦਾ ਸ਼ਿਕਾਰ ਬਣਨ ਦਾ ਜਤਾਇਆ ਖਦਸ਼ਾ। ਕਿਸਾਨੀ ਅੰਦੋਲਨ ਦਾ ਮੁਕਾਬਲਾ ਕਰਨ ਲਈ ਭਾਜਪਾ ਨੇ ਬਣਾਈ ਨਵੀਂ ਰਣਨੀਤੀ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ 700 ਪ੍ਰੈਸ ਕਾਨਫਰੰਸ ਤੇ ਚੌਪਾਲਾਂ ਦਾ ਆਯੋਜਨ ਕਰੇਗੀ ਭਾਜਪਾ। ਲੋਕਾਂ ਨੂੰ ਦੱਸੇ ਜਾਣਗੇ ਖੇਤੀ ਕਾਨੂੰਨਾਂ ਦੇ ਫਾਇਦੇ। ਵੈਟਰਨ ਐਕਟਰ ਧਰਮਿੰਦਰ ਨੇ ਕਿਸਾਨਾਂ ਦੇ ਹੱਕ 'ਚ ਮਾਰਿਆ ਹਾਂ ਦਾ ਨਾਰਾ। ਧਰਮਿੰਦਰ ਨੇ ਕਿਹਾ, ਕਿਸਾਨਾਂ ਦੇ ਦੁੱਖ ਤੋਂ ਦੁਖੀ ਹਾਂ, ਸਰਕਾਰ ਛੇਤੀ ਮਾਮਲੇ ਦਾ ਹੱਲ ਕੱਢੇ। ਸਨੀ ਦਿਓਲ ਦੀ ਕਿਸਾਨੀ ਮਸਲੇ ਤੇ ਚੁੱਪੀ ਜਾਰੀ। ਖੇਤੀ ਅੰਦੋਲਨ ਕਾਰਨ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਵਜ਼ਾਰਤ 'ਚ ਵਾਪਸੀ ਟਲੀ। ਹਰੀਸ਼ ਰਾਵਤ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ 'ਚ ਇਸ ਬਾਰੇ ਹੋਈ ਚਰਚਾ। ਕਿਸਾਨ ਅੰਦੋਲਨ ਦੇ ਸਿਰੇ ਚੜ੍ਹਨ ਤੋਂ ਬਾਅਦ ਇਸ ਸੰਬੰਧੀ ਚੁੱਕੇ ਜਾਣਗੇ ਕਦਮ। ਅਤੇ 700 ਟਰਾਲੀਆਂ ਨਾਲ 50,000 ਤੋਂ ਵੱਧ ਕਿਸਾਨ ਦਿੱਲੀ ਵੱਲ ਹੋਏ ਰਵਾਨਾ। ਤੁਰਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਅਰਦਾਸ। ਸੰਘਰਸ਼ ਜਿੱਤਣ ਤੋਂ ਬਾਅਦ ਹੀ ਵਾਪਸ ਮੁੜਨ ਦਾ ਲਿਆ ਅਹਿਦ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।